ਕੀ ਇੰਨੇ ਅਟੈਕ ਕਰਕੇ ਕਾਂਗਰਸ ਦੇ ਅੰਦਰ ਕੈਪਟਨ ਤੇ ਸਿੱਧੂ ਇਕੱਠੇ ਰਹਿ ਸਕਦੇ? ਅਕਾਲੀਆਂ ਦਾ ਬਹੁਤ ਇੰਟਰਸਟ ਹੈ ਕਿ ਕੀ ਬਣੂ। ਪ੍ਰਕਾਸ਼ ਸਿੰਘ ਬਾਦਲ ਬਾਰੇ ਮਸ਼ਹੂਰ ਗੱਲ ਹੈ ਕਿ ਉਹ ਸਾਰੇ ਪੰਜਾਬ ਨੂੰ ਸੁਣ ਸਕਦੇ ਆ, ਕਰਨਗੇ ਆਪਣੇ ਮਨ ਨੂੰ। ਦੋ ਪੀ ਬੰਦੇ 'ਚ ਕਦੇ ਸੇਮ ਨਹੀਂ ਹੁੰਦੇ, ਜਿਹਦੀ ਸੇਮ ਹੋਣਗੇ ਉਹ ਬਹੁਤ ਸਕਸੈਸਫੁਲ ਬੰਦਾ ਹੁੰਦਾ। ਇੱਕ ਪੈਸ਼ਨ ਤੇ ਇੱਕ ਪੇਸ਼ੈਂਸ। ਪ੍ਰਕਾਸ਼ ਸਿੰਘ ਬਾਦਲ ਇੱਕ ਉਹ ਲੀਡਰ ਸੀ ਜਿਨ੍ਹਾਂ 'ਚ ਦੋ ਪੀ ਬੜੇ ਸੇਮ ਟਾਈਮ ਦੇ ਉੱਤੇ ਰਹੇ ਨੇ। ਉਹ ਦੌਰ ਦੇ ਅੰਦਰ ਵੀ ਜਦੋਂ ਖਾੜਕੂਵਾਦ ਲਹਿਰ ਚੱਲ ਰਹੀ ਸੀ, ਉਹ ਦੌਰ 'ਚ ਸਰਵਾਈਵ ਕਰਨਾ, ਜਦੋਂ ਬਹੁਤੇ ਲੋਕ ਪ੍ਰਕਾਸ਼ ਸਿੰਘ ਬਾਦਲ ਦੇ ਉਦੋਂ ਐਂਟੀ ਸੀਗੇ, ਸਰਵਾਈਵ ਕਰ ਜਾਣਾ, ਬਚ ਜਾਣਾ। ਕਿੰਨੇ ਲੀਡਰ ਤਾਂ ਮਾਰੇ ਗਏ। ਤੁਸੀਂ ਇਮੈਜਿਨ ਕਰਕੇ ਦੇਖੋ ਕਿ ਜਾਂ ਤਾਂ ਸਿੱਧੂ ਆ ਜਾਂ ਕੈਪਟਨ ਆ, ਕੀ ਇੰਨੇ ਅਟੈਕ ਕਰਕੇ ਕਾਂਗਰਸ ਦੇ ਅੰਦਰ ਕੈਪਟਨ ਤੇ ਸਿੱਧੂ ਇਕੱਠੇ ਰਹਿ ਸਕਦੇ ਨੇ? ਹੁਣ ਤੁਸੀਂ ਗੱਲ ਸਮਝੋ, ਇੱਥੋਂ ਗੱਲ ਸਾਰੀ ਸਮਝ ਆਉਂਦੀ ਹੈ। ਇੰਨੇ ਅਟੈਕ ਕਰਕੇ ਸਿੱਧੂ ਤੇ ਕੈਪਟਨ ਇਕੱਠੇ ਰਹਿ ਹੀ ਨਹੀਂ ਸਕਦੇ। ਇਸ ਕਰਕੇ ਤੈਅ ਹੋ ਚੁੱਕਿਆ ਕਿ ਰਹਿਣਾ ਇੱਕ ਨਹੀਂ ਆ। ਇਹ ਤੈਅ ਹੋ ਚੁੱਕਿਆ। ਕਿਵੇਂ? ਉਹ ਪ੍ਰੋਸੀਜਰ ਮੈਂ ਤਾਂ ਹੀ ਕਹਿਣਾ, ਅਸੀਂ ਟਿੱਪਣੀਆਂ ਅਗਾਂਹ ਵੱਧ ਕੇ ਤਾਂ ਨਹੀਂ ਕਰਦੇ। ਵੀ ਆਰ ਜਰਨਲਿਸਟ, ਅਸੀਂ ਚੀਜ਼ਾਂ ਨੂੰ ਦੇਖਦੇ ਹਾਂ, ਮਤਲਬ ਉਹਨੂੰ ਅੰਡਰਸਟੈਂਡ ਕਰਦੇ ਹਾਂ। ਅੰਡਰਸਟੈਂਡ ਕਰਕੇ ਅਸੀਂ 10 ਥਾਵਾਂ ਤੋਂ ਚੈੱਕ ਕਰਦੇ ਹਾਂ ਕੀ ਹੋ ਰਿਹਾ ਹੈਗਾ, ਉੱਥੋਂ ਆਪਾਂ ਇੱਕ ਆਪਦੀ ਰਾਏ ਬਣਾਉਂਦੇ ਹਾਂ। ਯਾਨੀ ਫੈਕਟ ਦੇ ਆਧਾਰ ਦੇ ਉੱਤੇ ਬਣਾਉਂਦੇ ਹਾਂ। ਇਹ ਨਹੀਂ ਕਿ ਫਿਕਸ਼ਨ ਚੱਲ ਰਿਹਾ ਹੈਗਾ, ਅਸੀਂ ਕੋਈ ਫਿਕਸ਼ਨਾਈਟ ਕਰ ਰਹੇ ਹਾਂ ਕਿ ਗੱਲ ਮਤਲਬ ਫਿਕਸ਼ਨ ਹੈਗਾ। ਫੈਕਟ ਨੇ, ਫੈਕਟਾਂ ਦੇ ਆਲੇ ਦੁਆਲੇ ਚੀਜ਼ਾਂ ਇੱਧਰ ਉੱਧਰ ਹੋ ਸਕਦੀਆਂ ਨੇ। ਰਾਜਨੀਤੀ 'ਚ ਵੀ ਇਹ ਸੰਭਾਵਨਾ ਹੁੰਦੀਆਂ ਨੇ, ਜਰਨਲਿਜ਼ਮ 'ਚ ਵੀ ਹੁੰਦੀਆਂ ਨੇ। ਅਸੀਂ ਸੰਭਾਵਨਾਵਾਂ 'ਤੇ ਗੱਲ ਕਰ ਰਹੇ ਹਾਂ। ਕਿਵੇਂ ਹੋਣਗੀਆਂ, ਇਹਦੀ ਸਕ੍ਰਿਪਟ ਕਿਵੇਂ ਲਿਖੀ ਜਾਊਗੀ, ਲਿਖੀ ਜਾ ਚੁੱਕੀ ਹੈ ਜਾਂ ਜੇ ਲਿਖਣੀ ਹੈ ਉਹ ਨਹੀਂ ਪਤਾ ਕੀ ਹੈਗਾ। ਪਰ ਇੱਕ ਗੱਲ ਤੈਅ ਹੋ ਚੁੱਕੀ ਹੈ ਕਿ ਇਸ ਤਰ੍ਹਾਂ ਦੇ ਬਿਆਨਾਂ ਤੋਂ ਬਾਅਦ ਸਿੱਧੂ ਤੇ ਕੈਪਟਨ ਨੇ ਇੱਕ ਪੇਜ ਦੇ ਉੱਤੇ, ਇੱਕ ਆਮ ਬੰਦਾ ਵੀ ਪਿੰਡ ਦਾ ਸਮਝਦਾ ਕਿ ਇਹੋ ਜਿਹੇ ਬਿਆਨ ਦੇਖ ਕੇ ਕਿ ਬਾਦਲ ਸਰਕਾਰ ਚਲਾ ਰਹੇ ਨੇ ਪੰਜਾਬ 'ਚ, ਤੇ ਮੁੱਖ ਮੰਤਰੀ ਕੈਪਟਨ ਹੋਣ, ਸਿੱਧੂ ਕਹਿ ਰਿਹਾ ਬਾਦਲ ਸਰਕਾਰ ਚਲਾ ਰਹੇ ਨੇ, ਬਹੁਤ ਸਾਰੇ ਲੋਕ ਕਹਿੰਦੇ ਨੇ। ਤੇ ਤੁਸੀਂ ਦੱਸੋ ਮੈਨੂੰ, ਕਦੇ ਐਂ ਹੋ ਸਕਦਾ ਸਿੱਧੂ ਤੇ ਕੈਪਟਨ ਹੁਣ ਇੱਕ ਥਾਂ ਤੇ ਬਹਿ ਜਾਣਗੇ? ਕਦੇ ਐਂ ਹੋ ਸਕਦਾ ਸਿੱਧੂ ਤੇ ਕੈਪਟਨ ਕਾਂਗਰਸ 'ਚ ਰਹਿ ਲੈਣਗੇ? ਮਤਲਬ ਯਾਦਵਿੰਦਰ ਜੀ, ਜਿਸ ਤਰੀਕੇ ਨਾਲ ਇਹ ਗੱਲ ਆਖੀ ਜਾਂਦੀ ਹੈ ਰਾਜਨੀਤੀ ਬਾਰੇ ਕਿ ਰਾਜਨੀਤੀ ਦੇ ਵਿੱਚ ਰਿਸ਼ਤੇ ਨਹੀਂ ਵੇਖੇ ਜਾਂਦੇ, ਦੁਸ਼ਮਣਾਂ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ। ਜੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਦੀ ਕੁਰਸੀ ਜਾਂਦੀ ਨਜ਼ਰ ਆਉਂਦੀ ਹੈ, ਜਿਸ ਤਰੀਕੇ ਨਾਲ ਹੁਣ ਨਵੀਂ SIT ਬਣਾਈ ਗਈ ਆ, ਲੱਗਦਾ ਨਹੀਂ 6 ਮਹੀਨਿਆਂ 'ਚ ਉਹਨਾਂ ਦਾ ਕਹਿਣਾ ਕਿ ਫੈਸਲਾ ਆ ਜਾਊਗਾ ਜਲਦੀ ਤੋਂ ਜਲਦੀ, ਇਹ ਵੀ ਹੋ ਸਕਦਾ। 6 ਮਹੀਨਿਆਂ ਤੋਂ ਤਾਂ ਪਹਿਲੀ ਸਵਾਲ ਉਠਾਤੇ ਸਿੱਧੂ ਨੇ, ਉਠਾਤੇ ਪ੍ਰਤਾਪ ਬਾਜਵਾ, ਉਹ ਬਹੁਤ ਸਾਰੇ ਲੋਕਾਂ ਨੇ ਕਹਿਤਾ ਭਾਈ ਜਲਦੀ ਕਰੋ। 6 ਮਹੀਨੇ ਤਾਂ ਬਹੁਤ ਜ਼ਿਆਦਾ ਨੇ। 6 ਮਹੀਨੇ ਤਾਂ ਫਿਰ ਉਹੀ ਇਲੈਕਸ਼ਨ ਨੇੜੇ ਚਲੋ। ਸਿੱਧੂ ਨੇ ਸਿੱਧਾ ਕਿਹਾ ਵੀ ਇਲੈਕਸ਼ਨ ਦੇ ਨੇੜੇ ਆਜੂ, ਘਾਲਾ ਮਾਲਾ ਕਰਨਾ ਚਾਹੁੰਦੇ ਆ। ਇਸ ਕਰਕੇ ਹੁਣ ਉਹ SITਆਂ ਵਾਲੀਆਂ ਹੋਰ ਗੱਲਾਂ ਪਿੱਛੇ ਰਹਿ ਗਈਆਂ। ਹੁਣ ਤਾਂ ਦਾ ਦੀ ਗੱਲ ਹੈ। ਹੁਣ ਤਾਂ ਇਹ ਗੱਲ ਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਦਾ ਅਜਿਹਾ ਹੋਏਗਾ ਜਿਹੜਾ ਚੀਜ਼ਾਂ ਨੂੰ ਰੋਕ ਦੇਗਾ, ਜਿਹਦੀ ਸੰਭਾਵਨਾ ਬਹੁਤ ਘੱਟ ਨਜ਼ਰ ਆਉਂਦੀ ਹੈ। ਜਾਂ ਕੈਪਟਨ ਅੜ ਜਾਣਗੇ ਕਿ ਮੈਂ ਅਸਤੀਫਾ ਨਹੀਂ ਦਿੰਦਾ, ਮੰਨ ਲਓ ਅਸਤੀਫਾ ਮੰਗਿਆ ਜਾਏਗਾ। ਬਹੁਤ ਸਾਰੀਆਂ ਗੱਲਾਂ ਨੇ ਉਹ। ਹੁਣ ਇਹ ਤਾਂ ਮੈਂ ਉਹੀ ਕਹਿ ਰਿਹਾ ਗਾ, ਇਹ 'ਤੇ ਟਿੱਪਣੀ ਕਰਨੀ ਇਸ ਕਰਕੇ ਔਖੀ ਹੈ। ਅਗਲੀ ਸਕ੍ਰਿਪਟ ਕੀ ਹੋਏਗੀ, ਉਹ ਸਕ੍ਰਿਪਟ ਜਦੋਂ ਬਣੇਗੀ, ਉਹ ਸਕ੍ਰਿਪਟ ਦੇ ਉੱਤੇ ਵੀ ਚਰਚਾ ਕਰਾਂਗੇ ਅਸੀਂ ਰਾਜਨੀਤੀ ਡੀਕੋਡ ਪ੍ਰੋਗਰਾਮ ਦੇ ਅੰਦਰ। ਤੁਸੀਂ ਦੇਖੋਗੇ ਕਿ ਉਹ ਸਕ੍ਰਿਪਟ 'ਚ ਕੀ ਲਿਖਿਆ ਜਾ ਰਿਹਾ। ਪਰ ਸਾਨੂੰ ਪਤਾ ਲੱਗਿਆ ਅਜੇ ਤੱਕ ਸਕ੍ਰਿਪਟ ਨਹੀਂ ਲਿਖੀ ਗਈ। ਟੋਟੈਲਿਟੀ 'ਚ ਇੱਕ ਜਰਨਲ ਜਿਹੜਾ ਮਾਹੌਲ ਬਣ ਚੁੱਕਿਆ, ਸਬਜੈਕਟਿਵ ਆਬਜੈਕਟਿਵ ਐਨਾਲਿਸਿਸ ਹੋ ਚੁੱਕੇ ਨੇ, ਸਮਝ ਬਣ ਚੁੱਕੀ ਹੈ। ਪਰ ਸਕ੍ਰਿਪਟ ਕੀ ਹੋਏਗੀ, ਯਾਨੀ ਕਿਹੜੇ ਦਿਨ ਕੀ ਹੋਏਗਾ, ਕਿਹੜਾ ਕਿਰਦਾਰ ਕਿੱਥੇ ਹੋਏਗਾ, ਕਿਹੜਾ ਹੀਰੋ ਹੋਏਗਾ, ਕਿਹੜਾ ਵਿਲਨ ਹੋਏਗਾ, ਕਿਹੜੇ ਅਸਿਸਟੈਂਟ ਸਹਾਇਕ ਹੋਣਗੇ, ਕਿਹੜਾ ਡਾਇਰੈਕਟਰ ਹੋਏਗਾ, ਉਹ ਪੇਸ਼ਕਾਰੀ ਕੌਣ ਕਰੇਗਾ, ਵੱਡੇ ਪਰਦੇ ਤੇ ਉਤਾਰੀ ਜਾਏਗੀ ਜਾਂ ਛੋਟੇ ਪਰਦੇ ਤੇ, ਇਹ ਸਾਰੀਆਂ ਗੱਲਾਂ ਜਿਹੜੀਆਂ ਅਜੇ ਫਿਕਸ ਹੋਣੀਆਂ ਤਿਆਰ ਨੇ। ਕਿਉਂਕਿ ਅੱਜ ਕੱਲ੍ਹ ਵੈਬ ਸੀਰੀਜ਼ ਦਾ ਜ਼ਮਾਨਾ ਹੈਗਾ। ਤਾਂ ਵੈਬ ਸੀਰੀਜ਼ ਦਾ ਜ਼ਮਾਨਾ, ਕਿਤੇ ਨਾ ਕਿ ਵੈਬ ਸੀਰੀਜ਼ ਵਾਂਗੂ ਹਿੱਸਿਆਂ 'ਚ ਆਉਣ ਚੀਜ਼ਾਂ। ਜ਼ਰੂਰੀ ਨਹੀਂ ਗਾ ਕਿ ਪੂਰੀ ਪਿਕਚਰ 3 ਘੰਟਿਆਂ ਵਾਲੀ ਆਵੇ, ਹਿੱਸਿਆਂ 'ਚ ਵੀ ਚੀਜ਼ਾਂ ਆ ਸਕਦੀਆਂ ਨੇ। ਵੈਬ ਸੀਰੀਜ਼ ਦਾ ਜ਼ਮਾਨਾ ਇਹ। ਤਾਂ ਹੋ ਸਕਦਾ ਕਾਂਗਰਸ ਦੀ ਅਗਲੀ ਜਿਹੜੀ ਸਕ੍ਰਿਪਟ ਆ ਉਹ ਵੈਬ ਸੀਰੀਜ਼ ਦੀ ਲਿਖੀ ਜਾ ਰਹੀ ਹੋਵੇ। ਇਹ ਤਾਂ ਹੁਣ ਜਿਹੜਾ ਲਿਖ ਰਿਹਾ ਹੋਊਗਾ ਉਹ ਦੱਸ ਸਕਦਾ ਗਾ। ਪਰ ਜਲਦੀ ਅਸੀਂ ਉਹ ਸਕ੍ਰਿਪਟਾਂ ਬਾਰੇ ਵੀ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਖੁਲਾਸੇ ਕਰਾਂਗੇ। ਔਰ ਅਸੀਂ ਵਾਰ-ਵਾਰ ਕਹਿੰਦੇ ਹਾਂ, ਪ੍ਰੋ ਪੰਜਾਬ TV ਦੇ ਉੱਤੇ ਸਿਰਫ ਪ੍ਰੋ ਪੰਜਾਬ TV ਦੇ ਉੱਤੇ ਹੀ ਪੰਜਾਬ ਦੀ ਰਾਜਨੀਤੀ ਦੀਆਂ ਡੂੰਘੀਆਂ ਗੱਲਾਂ, ਪੰਜਾਬ ਦੀ ਰਾਜਨੀਤੀ ਦੇ ਉਹ ਸੱਚ ਜਿਹੜੇ ਕਿਸੇ ਹੋਰ ਥਾਂ 'ਤੇ ਉਜਾਗਰ ਨਹੀਂ ਹੋਣਗੇ। ਬਹੁਤ ਸਾਰੇ ਤਾਂ ਮੈਨੇਜ ਹੋਣ ਕਰਕੇ ਉਜਾਗਰ ਨਹੀਂ ਕਰਨਗੇ, ਪਰ ਬਹੁਤ ਸਾਰਿਆਂ ਨੂੰ ਸ਼ਾਇਦ ਪਤਾ ਨਹੀਂ ਹੋਏਗਾ। ਅਸੀਂ ਉਹ ਤੁਹਾਡੇ ਲਈ, ਕਿਉਂਕਿ ਸਾਨੂੰ ਲੱਗਦਾ ਸਾਡੇ ਦਰਸ਼ਕਾਂ ਦੀ ਰਾਜਨੀਤਿਕ ਸਮਝ ਵੀ, ਸਾਡੇ ਦੋਸਤਾਂ ਮਿੱਤਰਾਂ ਦੀ ਰਾਜਨੀਤਿਕ ਸਮਝ ਵੀ ਉਨੀ ਹੀ ਮਜ਼ਬੂਤ ਹੋਣੀ ਚਾਹੀਦੀ ਹੈ। ਪੰਜਾਬ ਦੀ ਡੈਮੋਕ੍ਰੇਸੀ ਤਾਂ ਹੀ ਮੈਚਿਓਰ ਹੋਏਗੀ ਅਗਰ ਰਾਜਨੀਤਿਕ ਤੌਰ ਦੇ ਉੱਤੇ ਤੁਹਾਡੀ ਇੱਕ ਸਮਝ ਹਰ ਚੀਜ਼ ਬਾਰੇ ਹੋਏਗੀ। ਕਾਂਗਰਸ 'ਚ ਕੀ ਹੋ ਰਿਹਾ, ਇਹ ਦੇਸ਼ ਦੇ ਅੰਦਰ ਗਰੀਬੀ ਕਿਉਂ ਆ, ਬੇਰੁਜ਼ਗਾਰੀ ਕਿਉਂ ਆ, ਮੁੱਦੇ ਕੀ ਨੇ, ਨਸ਼ਾ ਕਿਉਂ ਆ, ਤਮਾਮ ਗੱਲਾਂ ਦੇ ਉੱਤੇ ਅਸੀਂ ਲਗਾਤਾਰ ਚਰਚਾ ਕਰਦੇ ਰਹਿੰਦੇ ਹਾਂ। ਐਨਵਾਇਰਨਮੈਂਟ ਦੇ ਸਵਾਲ ਦੇ ਉੱਤੇ ਵੀ ਲਗਾਤਾਰ ਅਸੀਂ ਰਾਜਨੀਤੀ ਡੀਕੋਡ ਦੇ ਅੰਦਰ ਹੀ ਚਰਚਾ ਕੀਤੀ ਕਿ ਕਰੋਨਾ ਕੋਈ ਇਹੋ ਜਿਹਾ ਮਸਲਾ ਨਹੀਂ ਆ। ਕਰੋਨਾ ਦੇ ਅੰਦਰ ਜਦੋਂ ਤੱਕ ਤੁਸੀਂ ਐਨਵਾਇਰਨਮੈਂਟ ਨੂੰ ਠੀਕ ਨਹੀਂ ਕਰੋਗੇ, ਸਵਾਲ ਦੁਬਾਰਾ ਪੈਦਾ ਹੁੰਦੇ ਰਹਿਣਗੇ। ਪਰ ਸਾਡਾ ਮਕਸਦ ਤੇ ਸਾਡੀ ਸਮਝ ਇਹੀ ਹੈ
ਕਿ ਤੁਹਾਨੂੰ ਅਸੀਂ ਉਸ ਪੂਰੀ ਇਨਫੋਰਮੇਸ਼ਨ ਦੇ ਨਾਲ, ਜੋ ਸਾਡਾ ਕੰਮ ਆ, ਇਹ ਅਸੀਂ ਕੋਈ ਆਸਾਨ ਨਹੀਂ ਕਰ ਰਹੇ, ਸਾਡਾ ਕੰਮ ਆ, ਇਹ ਸੂਚਨਾ ਦੇਣਾ ਪੱਤਰਕਾਰ ਦਾ ਕੰਮ ਹੈ, ਸੂਚਨਾ ਦੇ ਆਧਾਰ ਦੇ ਉੱਤੇ ਇੱਕ ਸਮਝ ਬਣਾਉਣਾ ਪੱਤਰਕਾਰ ਦਾ ਕੰਮ ਹੈ, ਇਹ ਸਾਡਾ ਕੰਮ ਹੈ। ਤੇ ਇਹ ਅੱਗੇ ਅੱਗੇ ਕਿਸ ਤਰੀਕੇ ਨਾਲ ਸਿੱਧੂ ਕੈਪਟਨ ਦੀ ਪੋਲਿਟਿਕਸ ਜਾਏਗੀ, ਅੱਗੇ ਕਿਸ ਤਰੀਕੇ ਦੇ ਨਾਲ ਰਾਜਨੀਤੀ ਵਧੇਗੀ, ਅੱਗੇ ਸਿੱਧੂ ਦਾ ਫੈਸਲਾ ਕਦੋਂ ਹੋਏਗਾ, ਕੈਪਟਨ ਅਗਲਾ ਦਾ ਕੀ ਖੇਡਣਗੇ, ਇਹ ਸਾਰੀਆਂ ਸੂਚਨਾਵਾਂ ਤੇ ਸਾਰੀਆਂ ਗੱਲਾਂ ਅਸੀਂ ਲਗਾਤਾਰ ਪ੍ਰੋ ਪੰਜਾਬ ਟੀਵੀ ਦੇ ਉੱਤੇ ਲੈ ਕੇ ਆਵਾਂਗੇ। ਫਿਲਹਾਲ ਦੇ ਲਈ ਲਗਾਤਾਰ ਜਿਹੜਾ ਸਿੱਧੂ ਆ ਉਹ ਨਜ਼ਰ ਆ ਰਹੇ ਨੇ ਤੁਹਾਨੂੰ ਫਾਰਮ 'ਚ, ਤੇ ਅਸੀਂ ਬਾਰ-ਬਾਰ ਇੱਕੋ ਗੱਲ ਕਹਿ ਰਹੇ ਹਾਂ, ਇੱਕ ਮੋਟੀ ਜੀ ਸਮਝ ਤੁਸੀਂ ਰੱਖ ਕੇ ਦੇਖ ਸਕਦੇ ਹੋ ਰਾਜਨੀਤਿਕ, ਕਿ ਜਦੋਂ ਸਿੱਧੂ ਇੰਨਾ ਬੋਲਦੇ ਨੇ ਕਿ ਕੈਪਟਨ ਤੇ ਸਿੱਧੂ ਹੁਣ ਕਦੇ ਇੱਕ ਥਾਂ ਦੇ ਉੱਤੇ ਰਾਜਨੀਤੀ ਕਰ ਸਕਦੇ ਨੇ ਔਰ ਇਕੱਠੇ ਹੋ ਕੇ ਕਰ ਸਕਦੇ ਨੇ। ਹੁਣ ਤੇ ਗੱਲਾਂ ਤੈਅ ਇਸ ਸਾਰੀਆਂ ਗੱਲਾਂ 'ਚੋਂ ਆ ਰਿਹਾ ਕਿ ਜਾਂ ਤੇ ਸਿੱਧੂ ਨਹੀਂ ਜਾਂ ਕੈਪਟਨ ਨਹੀਂ। ਕਹਿਣ ਵਾਲੇ ਇਹ ਕਹਿੰਦੇ ਨੇ ਕਿ ਸਿੱਧੂ ਤਾਂ ਨੇ, ਇਹ ਕਹਿੰਦੇ ਨੇ। ਹੁਣ ਪਤਾ ਨਹੀਂ ਇਹ ਗੱਲ ਕਿੰਨੀ ਕਿਸ ਤਰੀਕੇ ਨਾਲ ਹੋਏਗੀ, ਫਾਰਮ 'ਚ ਅਸੀਂ ਬਾਰ-ਬਾਰ ਕਹਿ ਰਹੇ ਹਾਂ ਜਿਹੜਾ ਕਿਸ ਤਰੀਕੇ ਨਾਲ ਚੀਜ਼ਾਂ ਅੱਗੇ ਵਧਣਗੀਆਂ। ਪਰ ਕਾਂਗਰਸ ਦੀ ਰਾਜਨੀਤੀ ਦੇ ਅੰਦਰ ਵੱਡੇ ਪੱਧਰ ਤੇ ਖਲਬਲੀ ਮੱਚੀ ਹੋਈ ਆ। ਹਰ ਬੰਦਾ ਕਿਉਰਿਓਸਿਟੀ ਨਾਲ ਬੈਠਾ, ਹਰ ਵਿਧਾਇਕ ਜਿਹੜੇ ਨਵੇਂ ਨੇ ਉਹਨਾਂ ਨੂੰ ਲੱਗਦਾ ਅਸੀਂ ਕਿੱਧਰ ਨੂੰ ਲਈਏ। ਜੇ ਮੈਂ ਕਿਹਾ ਸੀਗਾ ਕਿ ਰਾਜਨੀਤੀ ਕਦੇ 90 ਡਿਗਰੀ ਦਾ ਕੋਣ ਨਹੀਂ ਹੁੰਦੀ, ਨਾ 180 ਡਿਗਰੀ ਹੁੰਦੀ ਹੈ। ਰਾਜਨੀਤੀ ਜਦੋਂ ਘੁੰਮਦੀ ਹੈ ਤਾਂ 360 ਡਿਗਰੀ ਤੇ ਘੁੰਮਦੀ ਹੈ। ਜਦੋਂ 360 ਡਿਗਰੀ ਤੇ ਘੁੰਮਦੀ ਹੈ, ਉਸ ਇੰਟੈਂਸਿਟੀ, ਉਸ ਗ੍ਰੈਵਿਟੀ ਨਾਲ ਥੋੜੇ ਲੋਕ ਹੁੰਦੇ ਆ ਜਿਹੜੇ ਨੂੰ ਸਮਝਣ ਵਾਲੇ ਹੁੰਦੇ ਆ। ਤਾਂ ਜਿਨ੍ਹਾਂ ਨੂੰ ਨਹੀਂ ਸਮਝ ਆ ਰਹੀ, ਜੇ 90 ਡਿਗਰੀ ਤੇ ਖੜੇ ਨੇ, ਉਹਨਾਂ ਨੂੰ ਲੱਗਦਾ ਇੱਧਰ ਨੂੰ ਜਾਂ ਇੱਧਰ ਨੂੰ, ਕੈਪਟਨ ਵੱਲ ਡਿੱਗ ਪਈਏ ਜਾਂ ਇੱਧਰ ਡਿੱਗ ਪਈਏ। ਉਹ ਕਨਫਿਊਜ਼ਨ ਨੇ, ਉਹ ਫੋਨ ਕਰਦੇ ਨੇ, ਬਹੁਤ ਸਾਰੇ ਲੋਕਾਂ ਨੂੰ ਪੁੱਛਦੇ ਨੇ ਅਸੀਂ ਕਿੱਧਰ ਨੂੰ। ਜਿਹੜੇ 90 ਡਿਗਰੀ ਤੇ ਖੜੇ ਨੇ ਉਹ ਕਦੋਂ 180 ਡਿਗਰੀ ਹੁੰਦੇ ਨੇ। 180 ਡਿਗਰੀ ਵਾਲੇ ਕਿਵੇਂ 360 ਤੇ ਘੁੰਮਦੇ ਘੁੰਮਦੇ ਇੱਥੇ 360 'ਚ ਕਿਤੇ ਕੋਈ ਖੜਾ ਹੋਊਗਾ ਉਹਦੇ ਪਿੱਛੇ ਲੱਗ ਜਾਣਗੇ ਸਾਰੇ ਜਿਹੜੇ ਹੁਣ 90 ਤੇ ਖੜੇ ਨੇ, ਜਿਨ੍ਹਾਂ ਨੂੰ ਐਂ ਲੱਗਦਾ ਇੱਧਰ ਡਿੱਗ ਪਈਏ ਜਾਂ ਇੱਧਰ ਡਿੱਗ ਪਈਏ। ਇਸ ਕਰਕੇ ਰਾਜਨੀਤੀ ਦੇ ਬਾਰੇ ਉਹ ਸਮਝ ਬਣਾਉਣੀ, ਰਾਜਨੀਤੀ ਬਾਰੇ ਉਹ ਗੱਲਾਂ ਕਰਨੀਆਂ ਸਾਡਾ ਕੰਮ ਹੈ। ਲਗਾਤਾਰ ਤੁਹਾਡੇ ਕੋਲੇ ਸੂਚਨਾਵਾਂ ਲੈ ਕੇ ਆਵਾਂਗੇ, ਲਗਾਤਾਰ ਤੁਹਾਡੇ ਕੋਲੇ ਉਹ ਸਾਰੇ ਸੱਚ ਉਜਾਗਰ ਕਰਾਂਗੇ ਜੋ ਨਵਜੋਤ ਸਿੱਧੂ ਬਨਾਮ ਕੈਪਟਨ ਅਮਰਿੰਦਰ ਸਿੰਘ ਚੱਲ ਰਹੇ ਨੇ। ਤੇ ਕੈਪਟਨ ਅਮਰਿੰਦਰ ਸਿੰਘ ਇਸ ਟਾਈਮ ਕੁਝ ਬੋਲ ਨਹੀਂ ਰਹੇ। ਸਿੱਧੂ ਦੇ ਉੱਤੇ ਇੱਕ ਅਟੈਕ ਕੀਤਾ ਉਹਨਾਂ ਨੇ ਕਿ ਸਿੱਧੂ ਮੇਰੇ ਖਿਲਾਫ ਆ ਕੇ ਚੋਣ ਲੜ ਲੈ, ਕਹਿ ਰਹੇ ਸੀ ਆਮ ਆਦਮੀ ਪਾਰਟੀ ਜਾ ਰਹੇ ਨੇ। ਤੇ ਮੈਂ ਬਾਰ-ਬਾਰ ਕਹਿਣਾ ਕਿ ਕੈਪਟਨ ਦੀ ਰਾਜਨੀਤੀ ਵੀ ਕੋਈ ਇੰਨੀ ਉਹ ਨਹੀਂ, ਕੈਪਟਨ ਵੀ ਟੈਸਟ ਕਰ ਰਹੇ ਸੀ, ਵਾਟਰ ਟੈਸਟ ਕਿਹਾ ਜਾਂਦਾ ਰਾਜਨੀਤੀ 'ਚ। ਕੈਪਟਨ ਵੀ ਵਾਟਰ ਟੈਸਟ ਕਰ ਰਹੇ ਨੇ। ਸਿੱਧੂ ਅੱਗੇ ਰਿਐਕਟ ਕਰਨ, ਹਾਈ ਕਮਾਂਡ ਰਿਐਕਟ ਕਰੇ, ਪਤਾ ਲੱਗੇ ਇਹਨਾਂ ਦੀ ਅਗਲੀ ਗੇਮ ਪਲਾਨ ਕੀ ਹੈ, ਕਿੱਧਰ ਨੂੰ ਜਾਂਦੇ ਨੇ, ਕਰਨਾ ਕੀ ਹੈ ਇਹਨਾਂ ਨੇ। ਕਿਉਂਕਿ ਸਾਡੀ ਇਨਫੋਰਮੇਸ਼ਨ ਇਹ ਆ, ਸਿੱਧੂ ਦੀ ਮੁਲਾਕਾਤ ਨਹੀਂ ਹੋਈ ਕੇਜਰੀਵਾਲ ਨਾਲ। ਕੋਈ ਫੋਨ ਤੇ ਕੋਈ ਗੱਲ ਹੋ ਸਕਦਾ ਹੋਈ ਹੋਵੇ, ਪਰ ਮੁਲਾਕਾਤ ਅਜੇ ਤੱਕ ਕੋਈ ਨਹੀਂ ਹੋਏਗੀ। ਜਿਹੜੀ ਇਹ ਗੱਲਬਾਤ ਆ ਉਹ ਸਿੱਧੇ ਰੂਪ ਦੇ ਅੰਦਰ ਨਜ਼ਰ ਵੀ ਆਉਂਦੀ ਹੈ, ਉਹ ਦਿਖਦੀ ਵੀ ਹੈ। ਕਿਉਂਕਿ ਜੇ ਕੁਛ ਇਸ ਤਰ੍ਹਾਂ ਦੀ ਡਿਵੈਲਪਮੈਂਟ ਜਿਹੜੀ ਕੈਪਟਨ ਕਹਿ ਰਹੇ ਨੇ ਬਾਰ-ਬਾਰ ਹੋਈ ਹੁੰਦੀ ਤਾਂ ਫਿਰ ਸਿੱਧੂ ਕੋਈ ਰਿਐਕਟ ਕਰਦੇ, ਸਿੱਧੂ ਕੁਛ ਕਹਿੰਦੇ। ਸਿੱਧੂ ਤਾਂ ਤੁਸੀਂ ਦੇਖੋ ਲਗਾਤਾਰ ਮਜ਼ਬੂਤ ਹੋ ਕੇ ਐਮਐਲਏ ਦੀ ਮੀਟਿੰਗ ਤੋਂ ਬਾਅਦ ਤਾਂ ਤੈਅ ਹੋ ਗਿਆ ਕਿ ਸਿੱਧੂ ਦੀ ਆਮ ਆਦਮੀ ਪਾਰਟੀ ਨਾਲ ਕੋਈ ਗੱਲ ਨਹੀਂ ਹੈ। ਆਮ ਆਦਮੀ ਪਾਰਟੀ ਨਾਲ ਕੋਈ ਵੀ ਸਿੱਧੂ ਦਾ ਲੈਣਾ ਦੇਣਾ ਨਹੀਂ ਹੈ। ਇਹ ਤਾਂ ਜਦੋਂ ਉਹਨਾਂ ਨੂੰ ਲੀਡਰ ਮੰਨ ਰਹੇ ਨੇ ਕਾਂਗਰਸ ਦੇ, ਉਹਨਾਂ ਨੂੰ ਪਤਾ ਹੈਗਾ ਕਿ ਆਮ ਆਦਮੀ ਪਾਰਟੀ 'ਚ ਵੀ ਬੜੀ ਅਨਪ੍ਰੈਡਿਕਟੇਬਿਲਿਟੀ ਹੈ। ਮੈਂ ਇੱਥੇ ਗਾਂਧੀ ਪਰਿਵਾਰ ਨਾਲ ਡਾਇਰੈਕਟ ਇਨ ਟੱਚ ਹਾਂ, ਮੈਂ ਰਾਹੁਲ ਤੇ ਸੋਨੀਆ ਨਾਲ ਇਨ ਟੱਚ ਹਾਂ। ਜਿਹੜੇ ਦੇਸ਼ 'ਚ ਕਾਂਗਰਸ ਦਾ ਫਿਊਚਰ ਤਾਂ ਉਹੀ ਨੇ, ਸਰਕਾਰ ਆਉਂਦੀ ਹੈ ਨਹੀਂ ਆਉਂਦੀ ਅਲੱਗ ਗੱਲ ਹੈ। ਕਾਂਗਰਸ ਦਾ ਫਿਊਚਰ ਤਾਂ ਆਉਣ ਵਾਲਾ ਉਹੀ ਨੇ। ਅੱਜ ਨਹੀਂ ਤੇ ਕੱਲ ਕਮਾਨ ਉਹਨਾਂ ਕੋਲ ਹੀ ਆਉਣੀ ਹੈ। ਤਾਂ ਮੈਂ ਉੱਥੇ ਰਹਾਂ ਜਿੱਥੇ ਮੈਂ ਉਹਨਾਂ ਦਾ ਬਲੂ ਆਈਡ ਬॉय ਹਾਂ, ਨਾ ਕਿ ਮੈਂ ਅਰਵਿੰਦ ਕੇਜਰੀਵਾਲ ਕੋਲੇ ਜਾਂਦੇ ਨੇ ਤਾਂ ਉੱਥੇ ਨਵੀਆਂ ਸਿਚੁਏਸ਼ਨਾਂ, ਨਵੀਆਂ ਚੀਜ਼ਾਂ ਕਰਨੀਆਂ ਪੈਣਗੀਆਂ। ਜਦੋਂ ਤੁਸੀਂ ਕਿਸੇ ਵੀ ਨਵੀਂ ਥਾਂ ਦੇ ਉੱਤੇ ਜਾਂਦੇ ਹੋ ਤਾਂ ਤੁਹਾਨੂੰ ਐਡਜਸਟ ਹੋਣ ਨੂੰ ਟਾਈਮ ਲੱਗਦਾ, ਤੁਹਾਨੂੰ ਉਹ ਸਾਰੇ ਮਾਹੌਲ ਨੂੰ ਦੇਖਣ ਲਈ ਟਾਈਮ ਲੱਗਦਾ। ਇਸ ਕਰਕੇ ਇਹ ਚੀਜ਼ਾਂ ਨੇ ਜਿਹੜੀਆਂ ਬੜੀਆਂ ਅਹਿਮ ਨੇ। ਇਸੇ ਕਰਕੇ ਅਸੀਂ ਬਾਰ-ਬਾਰ ਇਹ ਗੱਲ ਦਾ ਜ਼ਿਕਰ ਕਰ ਰਹੇ ਹਾਂ ਕਿ ਸਿੱਧੂ ਜਿਸ ਪੋਜੀਸ਼ਨ 'ਚ ਆ ਚੁੱਕੇ ਨੇ, ਸਿੱਧੂ ਦੀ ਉਹ ਪੋਜੀਸ਼ਨ ਦੱਸ ਰਹੀ ਹੈਗੀ ਕਿ ਜਾਂ ਤਾਂ ਕੈਪਟਨ ਜਾਂ ਸਿੱਧੂ। ਇਸ ਕਰਕੇ ਸਿੱਧੂ ਦਾ ਇਹਨਾਂ ਅਟੈਕਿੰਗ ਮੋਡ ਜਿਹੜਾ ਆਉਣਾ ਹੈਗਾ ਉਹ ਦੱਸਦਾ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਕਾਂਗਰਸ 'ਚ ਬਹੁਤ ਵੱਡੀਆਂ ਡਿਵੈਲਪਮੈਂਟਾਂ ਹੋਣ ਜਾ ਰਹੀਆਂ ਨੇ। ਹੇਠਲੇ ਲੈਵਲ ਦੇ ਉੱਤੇ ਵੀ ਕਾਂਗਰਸ ਦੇ ਅੰਦਰ ਬਹੁਤ ਵੱਡੀ ਚਰਚਾ ਹੋ ਰਹੀ ਹੈ, ਐਮਐਲਏਜ਼ 'ਚ, ਮੰਤਰੀ 'ਚ, ਐਮਪੀਆਂ 'ਚ, ਤੇ ਦੂਜੇ ਪਾਸੇ ਵੱਡੀ ਚਰਚਾ ਹਾਈ ਕਮਾਨ ਦੇ ਅੰਦਰ ਵੀ ਚੱਲੀ ਹੋਈ ਹੈ। ਰਾਹੁਲ ਦੀਆਂ ਟੀਮਾਂ ਦਾ ਅਸੀਂ ਦਾਅਵੇ ਨਾਲ ਕਿਹਾ ਤੁਹਾਨੂੰ, ਰਾਹੁਲ ਦੀਆਂ ਟੀਮਾਂ ਚੰਡੀਗੜ੍ਹ 'ਚ ਬੈਠੀਆਂ ਸੀ, ਬਹੁਤ ਸਾਰੇ ਲੋਕਾਂ ਨਾਲ ਗੱਲ ਕਰਕੇ ਗਈਆਂ ਨੇ ਤੇ ਉਹ ਗੱਲਬਾਤ ਦੇ ਜ਼ਰੀਏ ਹੀ ਇੱਕ ਮਾਹੌਲ ਵਾਚਣ ਦੀ ਕੋਸ਼ਿਸ਼ ਹੋ ਰਹੀ ਹੈ। ਪਤਾ ਤਾਂ ਇੱਥੋਂ ਤੱਕ ਲੱਗਿਆ ਜਿੱਦਣ ਕੈਬਨਿਟ 'ਚ ਰੌਲਾ ਪਿਆ ਉਦਣ ਵੀ ਰਾਹੁਲ ਦੀਆਂ ਟੀਮਾਂ ਇੰਟਰਸਟ ਸੀ ਬਹੁਤ ਸਾਰੇ ਲੋਕਾਂ ਨਾਲ। ਉਦਣ ਵੀ ਲੋਕ ਇੱਥੇ ਆ ਕੇ ਚੀਜ਼ਾਂ ਨੂੰ ਭਾਂਪਣਾ ਚਾਹੁੰਦੇ ਸੀ, ਮਾਹੌਲ ਕੀ ਹੈ, ਕਿੱਧਰ ਨੂੰ ਜਾ ਰਿਹਾ।
ਹਾਲਾਂਕਿ ਪਹਿਲਾਂ ਹੀ ਇਹ ਕਿਹਾ ਜਾ ਰਿਹਾ ਕਿ ਡਿਸਾਈਡ ਬਹੁਤ ਸਾਰਾ ਕੁਝ ਪਹਿਲਾਂ ਹੋ ਰਿਹਾ ਸੀ। ਇਹ ਸਾਰੀਆਂ ਗੱਲਾਂ ਉਸ ਰੂਪ ਦੇ ਅੰਦਰ ਲਗਾਤਾਰ ਨਜ਼ਰ ਵੀ ਆਉਂਦੀਆਂ ਰਹੀਆਂ ਨੇ। ਦੇਖਦੇ ਹਾਂ ਹੁਣ ਆਉਣ ਵਾਲੇ ਦਿਨਾਂ ਦੇ ਅੰਦਰ ਕੀ ਬਣਦਾਗਾ। ਯਾਦਵਿੰਦਰ ਜੀ, ਜਿਸ ਤਰੀਕੇ ਨਾਲ ਪਰਫੈਕਸ਼ਨ ਦੀ ਗੱਲ ਕੀਤੀ ਸੀ ਤੁਸੀਂ ਕਿ ਉਸ ਨੂੰ ਬਹਾਲ ਰੱਖਣ ਦੇ ਲਈ ਬਣੀ ਰਹੇ ਪਰਫੈਕਸ਼ਨ, ਮੀਡੀਆ ਜਿਹੜਾ ਆ ਚੈਨਲ ਬਣਾਏ ਜਾਂਦੇ ਨੇ ਜਾਂ ਹੋਰ ਤਮਾਮ ਸਭ ਕੁਝ ਕੀਤਾ ਜਾਂਦਾ YouTube Facebook ਦੇ ਉੱਤੇ ਪ੍ਰਚਾਰ ਕੀਤੇ ਜਾਂਦੇ ਨੇ। ਕੀ ਲੱਗਦਾ ਇੰਨਾ ਪੈਸਾ ਜੋ ਉਧਰ ਜਿਹੜਾ ਲਾਇਆ ਜਾਂਦਾ ਹੈ ਕੀ ਵਾਅਦੇ ਪੂਰੇ ਕਰਨ 'ਚ ਜਾਂ ਡਿਵੈਲਪਮੈਂਟ ਕਰਨ 'ਚ ਨਹੀਂ ਲਾਇਆ ਜਾਣਾ ਚਾਹੀਦਾ, ਜਾਂ ਜਿਹੜੀ ਇਹ ਬਗਾਵਤੀ ਸੁਰ ਉੱਠ ਹੀ ਨਾ ਸਕਣ, ਜਾਂ ਜੋ ਵੀ ਹੈ ਕਿਸੇ ਵੀ ਪਾਰਟੀ ਦੀ ਜੇ ਗੱਲ ਕਰੀਏ? ਇਹ ਤਾਂ ਦੇਖੋ, ਇਹ ਕੰਟਰਡਿਕਸ਼ਨਾਂ ਤਾਂ ਹਰ ਪਾਰਟੀ 'ਚ ਰਹਿਣੀਆਂ ਹੁੰਦੀਆਂ ਨੇ, ਇਹ ਨਹੀਂਗਾ। ਔਰ ਇਹ ਤਰੀਕਾ ਵੀ ਮੀਡੀਆ ਵਾਲਾ ਕੋਈ ਅੱਜ ਦਾ ਤਰੀਕਾ ਨਹੀਂ ਆ, ਪੁਰਾਣਾ ਤਰੀਕਾ। ਪਰ ਆਪਾਂ ਤੇ ਲਗਾਤਾਰ ਇਹ ਗੱਲ ਕਹਿੰਦੇ ਆ ਹਮੇਸ਼ਾ ਕਿ ਭਾਈ ਜੇ ਤੁਸੀਂ ਸੱਚੇ ਹੋ ਤਾਂ ਤੁਹਾਨੂੰ ਇਹ ਦੱਸਣ ਦੀ ਲੋੜ ਨਹੀਂ ਸੱਚੇ ਆ, ਜੇ ਤੁਸੀਂ ਇਮਾਨਦਾਰ ਹੋ ਤਾਂ ਤੁਹਾਨੂੰ ਇਹ ਕਹਿਣ ਦੀ ਲੋੜ ਨਹੀਂ ਇਮਾਨਦਾਰ ਆ। ਲੋਕ ਕੋਈ ਬੇਵਕੂਫ ਨਹੀਂ ਹੁੰਦੇ, ਲੋਕ ਸਭ ਕੁਝ ਸਮਝ ਰਹੇ ਹੁੰਦੇ। ਲੋਕਾਂ ਦੀਆਂ ਵਿਚਾਰਿਆਂ ਦੀਆਂ ਮਜਬੂਰੀਆਂ ਹੁੰਦੀਆਂ ਨੇ। ਵੋਟਾਂ ਪਾਉਣੀ ਕਿਸੇ ਦੀ ਮਜਬੂਰੀ ਹੋ ਸਕਦੀ ਆ, ਉਹ ਪਾਰਟੀ ਨੂੰ ਪਾ ਦੇ ਜਿਹਨੂੰ ਲਾਈਕ ਨਾ ਕਰਦਾ, ਉਹ ਪੈਸੇ ਲੈ ਕੇ ਹੀ ਪਾਉਂਦੇ ਆ। ਲੋਕ ਲੀਡਰਾਂ ਨੂੰ ਦੇਖਦੇ ਆ, ਲੀਡਰ ਲੋਕਾਂ ਨੂੰ ਦੇਖਦੇ ਆ, ਉਹ ਹੁੰਦਾ ਗਾ। ਪਰ ਇਹ ਨਹੀਂ ਹੁੰਦਾ ਕਿ ਲੋਕ ਨਹੀਂ ਜਾਣਦੇ ਹੁੰਦੇ ਕੌਣ ਸਹੀ ਆ ਕੌਣ ਗਲਤ ਆ, ਕੌਣ ਸੱਚਾ ਕੌਣ ਝੂਠਾ। ਇਸ ਕਰਕੇ ਪਰਸੈਪਸ਼ਨ ਦੀ ਜਿਹੜੀ ਗੇਮ ਆ, ਮੈਂ ਅਕਸਰ ਕਹਿਣਾ ਹੁੰਦਾ, ਜੇ ਤੁਸੀਂ ਸੱਚੇ ਹੋ ਇਹ ਦੱਸਣ ਦੀ ਲੋੜ ਨਹੀਂ ਆ। ਜਿਹੜਾ ਬੰਦਾ ਸੱਚਾ ਹੋਊ ਕਹੂ ਥੋੜੀ ਜਾ ਕੇ ਮੈਂ ਸੱਚਾਂਗਾ, ਉਹ ਕਦੇ ਵੀ ਨਹੀਂ ਕਹੂਗਾ। ਜਿਹੜਾ ਬੰਦਾ ਝੂਠਾ ਹੋਊ ਉਹ ਸਭ ਤੋਂ ਰੌਲਾ ਪਾਊਗਾ ਮੈਂ ਸੱਚਾਂਗਾ। ਦੂਜੇ ਪਾਸੇ ਗੈਰ ਇਮਾਨਦਾਰ ਹੋਊਗਾ ਉਹ ਕਹੂਗਾ ਮੈਂ ਇਮਾਨਦਾਰ ਹਾਂ। ਜਿਹੜਾ ਇਮਾਨਦਾਰ ਆ ਉਹਨੂੰ ਕਹਿਣ ਦੀ ਕੀ ਲੋੜ ਹੈਗੀ ਕਿ ਮੈਂ ਇਮਾਨਦਾਰ ਹਾਂ। ਇਸ ਕਰਕੇ ਜਦੋਂ ਤੁਸੀਂ ਇਹ ਸਾਰੇ ਬਜਟ ਬਣਾਉਣੇ ਸਾਰਾ ਕੁਝ ਕਰਦੇ ਹੋ, ਉਹਨਾਂ ਗੱਲਾਂ ਨੂੰ ਉਹ ਗੱਲ ਦੇ ਉੱਤੇ ਲਾਉਣ ਦੀ ਲੋੜ ਹੁੰਦੀ ਹੈ ਜਿਹੜੀ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਲੋਕ ਤੁਹਾਡੇ ਨੇ, ਲੋਕ ਤੁਹਾਡੀ ਤਾਕਤ ਹੁੰਦੇ ਨੇ। ਤੁਹਾਡੇ ਦੋਸਤ, ਤੁਹਾਡੇ ਉਹ ਸਰਕਲ ਜਿਹੜਾ ਅੱਜ ਸਿੱਧੂ ਨਾਲ ਖੜਾ ਜਾਂ ਕੈਪਟਨ ਨਾਲ ਖੜੇਗਾ, ਉਹ ਤੁਹਾਡੀ ਤਾਕਤ ਹੁੰਦੇ ਨੇ ਰਾਜਨੀਤੀ ਦੇ ਅੰਦਰ ਵੀ। ਲਗਾਤਾਰ ਅਸੀਂ ਰਾਜਨੀਤੀ ਡੀਕੋਡ ਦੇ ਵਿੱਚ ਵੀ ਇਸ ਬਾਰੇ ਵਿਚਾਰ ਕਰਦੇ ਆਏ ਹਾਂ ਕਿ ਕਿਸ ਤਰੀਕੇ ਦੇ ਨਾਲ ਖਲਾਰੇ ਜਿਹੜੇ ਕਾਂਗਰਸ ਦੇ ਵਿੱਚ ਪਏ ਹੋਏ ਆ। ਵਿਰੋਧੀ ਧਿਰਾਂ ਅਕਸਰ ਹੀ ਫਾਇਦਾ ਲੈਂਦੀਆਂ ਨੇ ਇਹਨਾਂ ਬਗਾਵਤੀ ਸੁਰਾਂ ਦਾ। ਵਿਰੋਧੀ ਧਿਰਾਂ ਦੇ ਵਿੱਚ ਕੀ ਚੱਲ ਰਿਹਾ ਹੈ? ਦੇਖੋ, ਵਿਰੋਧੀ ਧਿਰਾਂ ਤੇ ਲਗਾਤਾਰ ਆਪਣੇ ਆਪਣੇ ਤਰੀਕੇ ਦੇ ਨਾਲ ਪਲੈਨਿੰਗ ਬਣਾ ਰਹੀਆਂ ਨੇ। ਉਹਨਾਂ ਲਈ ਤਾਂ ਖੁਸ਼ੀ ਦੀ ਗੱਲ ਹੈ। ਕਾਂਗਰਸ ਜਿੰਨੇ ਖਲਾਰੇ ਪੈਂਦੇ ਨੇ ਅਕਾਲੀ ਦਲ ਵੀ ਖੁਸ਼ ਹੋਏਗਾ, ਕਾਂਗਰਸ ਜਿੰਨੇ ਖਲਾਰੇ ਪੈਣਗੇ ਆਮ ਆਦਮੀ ਪਾਰਟੀ ਵੀ ਖੁਸ਼ ਹੋਏਗਾ। ਪਰ ਵਿਰੋਧ ਦੀ ਰਾਜਨੀਤੀ ਨਾਲ ਕਦੇ ਤੁਹਾਡੀ ਰਾਜਨੀਤੀ ਖੜੀ ਨਹੀਂ ਹੁੰਦੀ। ਤੁਹਾਡੀ ਰਾਜਨੀਤੀ ਲਈ ਤੁਹਾਡੇ ਕੋਲ ਇੱਕ ਪੋਜ਼ਿਟਿਵ ਏਜੰਡਾ ਹੋਣਾ ਚਾਹੀਦਾ। ਤੁਸੀਂ ਕਾਂਗਰਸ ਦੀ ਰਾਜਨੀਤੀ ਚੋਂ ਮੈਂ ਕਹਾਂ ਕਿ ਜੀ ਦੂਜਾ ਉਹ ਹੋ ਰਿਹਾ ਇਸ ਕਰਕੇ ਮੈਂ ਮਹਾਨ ਬਣ ਜੂ, ਨਾ। ਤੁਹਾਡੇ ਕੋਲ ਤੁਹਾਡੀ ਗੱਲ ਹੋਣੀ ਚਾਹੀਦੀ। ਜੇ ਤੁਹਾਡੇ ਕੋਲ ਤੁਹਾਡੀ ਗੱਲ ਨਹੀਂ, ਤੁਹਾਨੂੰ ਕੋਈ ਨਹੀਂ ਸੁਣੇਗਾ। ਤੁਹਾਡੇ ਕੋਲ ਤੁਹਾਡੀ ਰਾਜਨੀਤੀ ਹੋਣੀ ਚਾਹੀਦੀ ਹੈ। ਤੁਹਾਡੇ ਕੋਲ ਤੁਹਾਡਾ ਮਾਡਲ ਹੋਣਾ ਚਾਹੀਦਾ ਵੀ ਕਾਂਗਰਸ ਕੀ ਸੋਚਦੀ ਹੈ ਦੇਸ਼ 'ਚ, ਵੀ ਮੋਦੀ ਦਾ ਐ ਮਾੜਾ ਹੋ ਜੂ ਤਾਂ ਅਸੀਂ ਸੱਤਾ 'ਚ ਆ ਜਾਵਾਂਗੇ। ਇਹ ਨਹੀਂ ਆਉਂਗੇ। ਤੁਹਾਡਾ ਵਿਜ਼ਨ ਲੋਕ ਦੇਖਣਗੇ, ਤੁਹਾਡੀ ਗੱਲ ਦੇਖਣਗੇ, ਤੁਹਾਡੀ ਕ੍ਰੈਡੀਬਿਲਿਟੀ ਦੇਖਣਗੇ। ਇਹ ਹੈ ਕਿ ਉਹ ਤੁਹਾਨੂੰ ਫਾਇਦਾ ਦੇ ਸਕਦੀ ਹੈ ਉਹ ਗੱਲ। ਜੇ ਕੋਈ ਦੂਜਾ ਡਾਊਨ ਹੋ ਰਿਹਾ ਤੁਹਾਨੂੰ ਫਾਇਦਾ ਦੇ ਸਕਦਾ, ਯਾਨੀ ਅੱਜ ਕਾਂਗਰਸ ਡਾਊਨ ਹੋ ਰਹੀ ਹੈ, ਅਕਾਲੀ ਦਲ ਨੂੰ 100% ਉਹਦਾ ਫਾਇਦਾ ਹੋਏਗਾ, ਆਪ ਨੂੰ ਉਹਦਾ ਫਾਇਦਾ ਹੋਏਗਾ। ਜੇ ਕ੍ਰਾਈਸਿਸ ਵੱਧਦਾ ਗਿਆ, ਜੇ ਤਾਂ ਸਪਸ਼ਟ ਹੋ ਕੇ ਲਕੀਰ ਖਿੱਚ ਕੇ ਕੋਈ ਨਵਾਂ ਬੰਦਾ ਆ ਗਿਆ ਫਿਰ ਤਾਂ ਗੱਲ ਕਲੀਅਰ ਆ। ਜੇ ਕ੍ਰਾਈਸਿਸ ਵੱਧਦਾ ਇਹ 'ਚ ਡਿਸੀਜਨ ਲੈਣ 'ਚ ਕਾਂਗਰਸ ਲੇਟ ਹੁੰਦੀ ਰਹੀ, ਉਦੋਂ ਤੱਕ ਖਲਾਰੇ ਪੈ ਜਾਣਗੇ। ਤਾਂ ਇਸ ਕਰਕੇ ਇਹ ਨਹੀਂਗਾ ਕਿ ਵਿਰੋਧੀ ਇਹਦਾ ਫਾਇਦਾ ਹੋਣਾ ਹੀ ਹੁੰਦਾ। ਵਿਰੋਧੀਆਂ ਨੂੰ 100% ਫਾਇਦਾ ਹੋਣਾ ਹੈ ਸਾਰੇ ਮਸਲੇ ਦਾ। ਪਰ ਜੇ ਅਗਲੀ ਡਿਵੈਲਪਮੈਂਟ ਕੋਈ ਇਸ ਤਰ੍ਹਾਂ ਦੀ ਹੋਗੀ ਤਾਂ ਵਿਰੋਧੀ ਉਹ ਵੀ ਹੋ ਜਾਣਗੇ। ਹੁਣ ਮਸਲਾ ਇਹੀ ਹੈ, ਅਕਾਲੀਆਂ ਦਾ ਬੜਾ ਇੰਟਰਸਟ ਹੈ, ਅਕਾਲੀਆਂ ਦਾ ਬਹੁਤ ਇੰਟਰਸਟ ਹੈਗਾ ਕਿ ਕੀ ਬਣੂਗਾ। ਉਹ ਉਸੇ ਪੀ ਨੇ ਜਿਹੜਾ ਦੂਜਾ ਪੀ ਨਾਲ ਲੱਗਦਾ ਸੀ ਪੇਸ਼ੈਂਸ ਵਾਲਾ, ਯਾਨੀ ਜਦੋਂ ਗਰਾਊਂਡ ਲੱਗਿਆ ਉਹਨਾਂ ਨੂੰ ਖੁੱਲ੍ਹਾ ਛੱਡਤਾ। ਉਦੋਂ ਪਹਿਲਾਂ ਚੀਫ ਮਿਨਿਸਟਰ ਰਹੇ ਹੋਏ ਨੇ ਦਮਦਮੀ ਟਕਸਾਲ 'ਚ, ਉੱਥੇ ਜਾ ਕੇ ਚੌਂਕ ਮਹਿਤਾ ਸਾਹਿਬ ਕਹਿੰਦੇ ਨੇ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਦੀ ਜਦੋਂ ਤਾਜਪੋਸ਼ੀ ਹੁੰਦੀ ਆ, ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਆ ਟਕਸਾਲ ਨੂੰ ਕੀ ਚਾਹੀਦਾ ਗਾ, ਤਾਂ ਸੰਤ ਕਹਿੰਦੇ ਹੈਗੇ ਟਕਸਾਲ ਬਾਬਾ ਦੀਪ ਸਿੰਘ ਦੀ ਹੈਗੀ, ਸਰਕਾਰ ਦੱਸੇ ਸਰਕਾਰ ਨੂੰ ਕੀ ਚਾਹੀਦਾ ਗਾ। ਤਾਂ ਇਹ ਆਪਦੀ ਪੋਲੀਟੀਕਲ ਹਿਸਟਰੀ 'ਚ ਅਸੀਂ ਆ ਗਏ। ਤਾਂ ਇਹ ਜਿਹੜੀ ਮੈਂ ਗੱਲ ਕਹਿਣਾ, ਗੱਲ ਬਾਦਲ ਦੀ ਜਾਂ ਉਹਦੀ ਨਹੀਂ ਹੈ। ਗੱਲ ਇਹ ਹੈ ਕਿ ਜਿਹੜੀ ਚੁੱਪ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਚੁੱਪ ਵੀ ਇਹ ਨਹੀਂ ਕਿ ਚੁੱਪ ਹੀ ਰਹੋਗੇ ਤੇ ਤੁਹਾਡੀ ਰਾਜਨੀਤੀ, ਜੇ ਹੁਣ ਸਿੱਧੂ ਆ ਚੁੱਪ ਹੀ ਰਹਿਣ ਤੇ ਖਤਮ ਹੋ ਜਾਣਗੇ। ਇਹ ਮਤਲਬ ਚੁੱਪ ਕਦੋਂ ਰਹਿਣਾ ਕਦੋਂ ਨਹੀਂ ਰਹਿਣਾ ਇਹ ਵੀ ਪਤਾ ਹੋਣਾ ਚਾਹੀਦਾ। ਚੁੱਪ ਰਹਿਣਾ ਨਹੀਂ ਵੀ ਮੈਂ ਚੁੱਪ ਹੋ ਗਿਆ ਤੇ ਮੈਂ ਬਹੁਤ ਮਹਾਨ ਹੈਗਾ। ਚੁੱਪ ਕਦੋਂ ਹੋਣਾ ਤੇ ਕਦੋਂ ਨਹੀਂ ਹੋਣਾ ਸਾਡਾ ਤਾਂ ਕੰਮ ਆ ਜੀ, ਜੋ ਅਸੀਂ ਚੁੱਪ ਹੋ ਹੀ ਨਹੀਂ ਸਕਦੇ। ਪਰ ਚੁੱਪ ਕਦੋਂ, ਰਾਜਨੀਤੀ ਦੀ ਗੱਲ ਕਰਦਾ ਮੈਂ, ਰਾਜਨੀਤੀ 'ਚ ਕਦੋਂ ਚੁੱਪ ਹੋਣਾ ਕਦੋਂ ਬੋਲਣਾ। ਉਹ ਕਹਿੰਦੇ ਰਾਜਨੀਤੀ 'ਚ ਇਹ ਇੰਪੋਰਟੈਂਟ ਨਹੀਂ ਹੁੰਦਾ, ਜਾਂ ਜ਼ਿੰਦਗੀ 'ਚ ਵੀ ਕਿਹਾ ਜਾਂਦਾ ਤੁਸੀਂ ਕਰਨਾ ਕੀ ਹੈਗਾ, ਇਹ ਬਹੁਤ ਇੰਪੋਰਟੈਂਟ ਨਹੀਂ ਹੁੰਦਾ। ਤੁਸੀਂ ਕੀ ਨਹੀਂ ਕਰਨਾ ਇਹ ਬਹੁਤ ਇੰਪੋਰਟੈਂਟ ਹੁੰਦਾ। ਜੇ ਤੁਹਾਨੂੰ ਇਹ ਪਤਾ ਲੱਗ ਗਿਆ ਨਹੀਂ ਕਰਨਾ, ਉਹ ਤੁਸੀਂ ਰਾਜਨੀਤੀ ਦੇ ਅੰਦਰ ਸਕਸੈਸਫੁਲ ਮੰਨੇ ਜਾਂਦੇ ਹੋ। ਤਾਂ ਹੁਣ ਸਿੱਧੂ ਉਸ ਤਰੀਕੇ ਨਾਲ ਅੱਗੇ ਵੱਧ ਰਹੇ ਨੇ। ਸਿੱਧੂ ਸਭ ਕੁਝ ਕਹਿ ਵੀ ਰਹੇ ਨੇ ਔਰ ਬੜੀ ਬੈਲੈਂਸ ਇੱਕ ਅਪਰੋਚ ਆਪਾਂ ਦੇਖ ਰਹੇ ਹਾਂ ਸਿੱਧੂ ਦੀ। ਜਿੱਥੇ ਅਟੈਕ ਕਰਨਾ, ਮੱਛੀ ਦੀ ਤੀਰ ਕਹਿੰਦੇ ਨੇ ਅਰਜਨ ਨੇ ਮੱਛੀ ਦੀ ਤੀਰ 'ਚ ਮੱਛੀ ਦੀ ਅੱਖ 'ਚ ਤੀਰ ਮਾਰਿਆ ਸੀਗਾ, ਨਿਸ਼ਾਨੇ ਸਿੰਨ ਕੇ ਲਾ ਰਹੇ ਨੇ ਸਿੱਧੂ। ਇੱਧਰੋਂ ਕਾਊਂਟਰ ਕਰਨ ਵਾਲੀ ਫੋਰਸ ਅਜੇ ਆਈ ਨਹੀਂ ਕੋਈ ਜਿਹੜਾ ਸਿੱਧੂ ਦੇ ਤੀਰ ਨੂੰ ਮਤਲਬ
ਸਿੱਧੂ ਜਿਹੜੀ ਕੈਪਟਨ ਦੀ ਟੀਮ ਚੋਂ ਕੋਈ ਬੰਦਾ ਕਾਊਂਟਰ ਕਰੇ, ਉਹ ਆਪਾਂ ਨੂੰ ਨਜ਼ਰ ਨਹੀਂ ਆ ਰਿਹਾ। ਉਹ ਸਾਹਮਣੇ ਆ ਸਾਰਿਆਂ ਦੇ। ਨਹੀਂ ਤੇ ਕੈਪਟਨ ਤੁਹਾਡੇ ਯਾਦ ਹੋਊ ਜਦੋਂ ਜਦੋਂ ਸਿੱਧੂ ਬੋਲਿਆ, ਸਿੱਧੂ ਦੀ ਲਿਆਤੀ ਹਨੇਰੀ, ਵਿਜੇਂਦਰ ਸਿੰਗਲਾ ਤੋਂ ਲੈ ਕੇ ਕਿਹੜਾ ਇੱਕ ਬੰਦੇ ਦਾ ਨਾਂ ਲਓ, ਇੱਕ ਮੰਤਰੀ ਦਾ, ਧੜਾ ਧੜ ਸਿੱਧੂ ਖਿਲਾਫ ਬਿਆਨ ਆਉਂਦੇ ਹੁੰਦੇ ਸੀ। ਧੜਾ ਧੜ ਕੱਢ ਕੇ ਦੇਖ ਲਓ, ਕਾਂਗਰਸ ਦੇ ਐਮਐਲਏਆਂ ਦੇ, ਮੰਤਰੀਆਂ ਦੇ ਧੜਾ ਧੜ ਬਿਆਨ ਆਉਂਦੇ ਹੁੰਦੇ ਸੀ। ਪਰ ਹੁਣ ਇੱਕ ਵੀ ਬਿਆਨ ਸਿੱਧੂ ਖਿਲਾਫ ਨਹੀਂ ਆ ਰਿਹਾ। ਇਹਦਾ ਮਤਲਬ ਕੀ ਹੈਗਾ? ਇਹਦਾ ਮਤਲਬ ਸਮਝ ਆ ਰਿਹਾ ਉਹ ਕੈਪਟਨ ਅਮਰਿੰਦਰ ਸਿੰਘ ਨੂੰ, ਇਹਦਾ ਮਤਲਬ ਕਾਂਗਰਸੀਆਂ ਨੂੰ ਸਮਝ ਆ ਰਿਹਾ, ਇਹਦਾ ਮਤਲਬ ਸਮਝਣ ਵਾਲਿਆਂ ਨੂੰ ਸਮਝ ਆ ਰਿਹਾ ਹੈਗਾ। ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਉੱਤੇ ਸਦਨ ਦੇ ਵਿੱਚ ਬਹਿਸ ਹੁੰਦੀ ਆ, ਇਹ ਗੱਲ ਆਖੀ ਜਾਂਦੀ ਆ, ਕਾਂਗਰਸੀ ਜੋ ਮੰਤਰੀ ਨੇ ਉਹ ਇਹ ਗੱਲ ਆਖਦੇ ਨੇ, ਐਮਐਲਏਜ਼ ਆਖਦੇ ਨੇ ਕਿ ਸਾਨੂੰ 2004 ਵਾਲੇ ਕੈਪਟਨ ਚਾਹੀਦੇ ਨੇ। ਹੁਣ ਜੇ ਗੱਲ ਕਰੀਏ, ਲੱਗਦਾ ਵੀ ਆਖਰੀ 6 ਮਹੀਨਿਆਂ ਦੇ ਵਿੱਚ ਜਾਂ ਆਖਰੀ ਜੋ ਲਮਹਾ ਰਹਿ ਜਾਊਗਾ ਉਦੋਂ ਕੈਪਟਨ ਸਾਰੀ ਗੇਮ ਘੁਮਾ ਸਕਦੇ ਨੇ, 2004 ਵਾਲਾ ਰੂਪ ਫਿਰ ਦੇਖਿਆ ਜਾ ਸਕਦਾ ਉਹਨਾਂ ਦਾ? ਦੇਖੋ 2004 ਵਾਲਾ ਰੂਪ ਤੇ ਹੁਣ ਆਏਗਾ। ਉਹ ਤਾਂ ਕੈਪਟਨ ਬਾਰੇ ਕਹੀ ਜਾਂਦਾ ਕਿ ਕੈਪਟਨ ਬਹੁਤ ਬਦਲ ਗਏ, ਰਾਜਨੀਤਿਕ ਤੌਰ ਦੇ ਉੱਤੇ ਵੀ, ਰਣਨੀਤਿਕ ਤੌਰ ਦੇ ਉੱਤੇ ਵੀ, ਔਰ ਉਹਨਾਂ ਦੀ ਉਹ ਦਿੱਖ 'ਚ ਵੀ ਦਿਖਦਾ। ਬਹੁਤੇ ਲੋਕ ਕਹਿੰਦੇ ਆ ਕਿ ਯਾਰ ਉਹ ਜਿਹੜਾ ਉਹਨਾਂ ਦਾ ਪੀਰੀਅਡ ਸੀ ਜਿਹ 'ਚ ਬਾਦਲ ਅੰਦਰ ਤੇ ਫਿਰ ਬਾਦਲਾਂ ਨੇ ਉਹਨਾਂ ਨੂੰ ਤੰਗ ਕੀਤਾ, ਇਸ ਗੱਲ ਤੋਂ ਬਹੁਤ ਅੱਕੇ ਹੋਏ ਸੀ। ਉਹ ਵੰਡੈਟਾ ਪੋਲਿਟਿਕਸ ਨਹੀਂ ਕਰਨਾ ਚਾਹੁੰਦੇ ਸੀਗੇ, ਉਹ ਨਹੀਂ ਇਸ ਨੂੰ ਅੱਗੇ ਵਧਾਉਣਾ ਚਾਹੁੰਦੇ ਸੀ। ਜਿਵੇਂ ਇੱਕ ਮੀਟਿੰਗ 'ਚ ਜਦੋਂ ਕਿਹਾ ਗਿਆ ਕਿ ਵਿਕਰਮ ਮਜੀਠੀਆ ਦੇ ਖਿਲਾਫ ਮਾਝੇ ਦੇ ਕੁਝ ਐਮਐਲਏਆਂ ਨੇ ਇੱਕ ਲੈਟਰ ਦਿੱਤਾ ਕੈਪਟਨ ਨੂੰ ਕਿ ਵਿਕਰਮ ਮਜੀਠੀਆ ਤੇ ਕਾਰਵਾਈ ਕਰੋ। ਵਿਧਾਨ ਸਭਾ ਦੇ ਅੰਦਰ ਇਹ ਮੀਟਿੰਗ ਸੀ, ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀ। ਉਸ ਸੈਸ਼ਨ ਦੇ ਅੰਦਰ ਸਾਨੂੰ ਇਹ ਪਤਾ ਲੱਗਿਆ, ਕਿਸੇ ਐਮਐਲਏ ਨੇ ਦੱਸਿਆ ਸੀ ਕਿ ਕੈਪਟਨ ਨੇ ਕਿਹਾ ਕਿ ਜਦੋਂ ਮੈਂ ਭੁਗਤੇ ਕੇਸ ਬਾਦਲਾਂ ਦੇ, ਉਦੋਂ ਮੇਰੇ ਨਾਲ 5 ਬੰਦੇ ਹੁੰਦੇ ਸੀ, ਤੁਹਾਡੇ 'ਚ ਕੋਈ ਨਹੀਂ ਹੁੰਦਾ ਸੀ। ਯਾਨੀ ਜਦੋਂ ਭੁਗਤਣਾ ਤਾਂ ਮੈਂ ਭੁਗਤਣਾਗਾ। ਇਹ ਗੱਲ ਕੈਪਟਨ ਨੇ ਭਰੀ ਮੀਟਿੰਗ 'ਚ ਕਹੀ ਸੀ ਕਿ ਜਦੋਂ ਭੁਗਤਣਾ ਪੈਂਦਾ ਤਾਂ ਮੈਨੂੰ ਭੁਗਤਣਾ ਪੈਂਦਾ, ਉਦੋਂ ਤੁਸੀਂ ਨਹੀਂ ਆਉਂਦੇ। ਇਸ ਕਰਕੇ ਕਾਨੂੰਨ ਮੁਤਾਬਕ ਜਿਵੇਂ ਕੈਪਟਨ ਕਹਿੰਦਾ ਮੈਂ ਝਟਕਾ ਤਰੀਕੇ ਨਾਲ ਨਹੀਂ ਕਰਨਾ, ਪਰ ਗੱਲ ਉਹ ਕਿ ਪੁੱਛਦੇ ਆ ਭਾਈ ਫਿਰ ਕਹਿਣ ਦੀ ਕੀ ਲੋੜ ਸੀ ਜਿਹੜਾ ਉਹਨਾਂ ਦਾ ਬਿਆਨ ਹੈਗਾ। ਫਿਰ ਹੁਣ ਜਿਵੇਂ ਅਮਿਤ ਸ਼ਾਹ ਵਾਂਗੂ ਜਾਂ ਤਾਂ ਕਹਿ ਦੇਣ ਵੀ ਭਾਈ ਜੁਮਲਾ ਸੀ। ਉਹ ਅਮਿਤ ਸ਼ਾਹ ਨੇ ਕਿਹਾ ਸੀ ਨਾ, ਜਦੋਂ ਪੁੱਛਿਆ ਗਿਆ ਭਾਈ 15 ਲੱਖ ਰੁਪਇਆ ਕਿਹਾ ਸੀਗਾ, ਕਹਿੰਦੇ ਤਾਂ ਜੁਮਲਾ ਸੀ। ਕੈਪਟਨ ਜਿਹੜੇ ਪ੍ਰਸ਼ਾਂਤ ਕਿਸ਼ੋਰ ਦੇ ਕਾਫੀ ਵਿਦ ਕੈਪਟਨ, ਹਲਕੇ 'ਚ ਕੈਪਟਨ, ਘਰ ਘਰ ਕੈਪਟਨ, ਉਹਨਾਂ ਸਾਰਿਆਂ 'ਚ ਕੈਪਟਨ ਦੇ ਬਿਆਨ ਕੱਢ ਕੇ ਦੇਖੋ। ਮੈਨੂੰ ਪਤਾ ਬੇਅਦਬੀ ਕਿਹਨੇ ਕਰਾਈ ਹੈ, ਬਾਦਲਾਂ ਨੇ ਕਰਾਈ ਹੈਗੀ, ਚੱਕ ਕੇ ਅੰਦਰ ਦੇਵਾਂਗੇ, ਜੋ ਵੀ ਸਾਰੀ ਉਹ ਗੱਲ ਕਹਿ ਰਹੇ ਨੇ, ਔਨ ਰਿਕਾਰਡ ਗੱਲ ਆ ਗਈ, ਕੋਈ ਆਪਾਂ ਆਪਦੇ ਕੋਲੋਂ ਨਹੀਂ ਕਹਿ ਰਹੇ। ਜਾਂ ਤਾਂ ਉਦੋਂ ਕਹਿਣ ਦੀ ਲੋੜ ਨਹੀਂ ਸੀ। ਚਲੋ ਕਰਜ਼ਾ ਕੁਰਕੀ ਨੂੰ ਛੱਡੋ, ਲੋਕ ਤਾਂ ਪੋਲੀਟੀਕਲ ਸਵਾਲ ਉਠਾ ਰਹੇ ਨਾ। ਹੁਣ ਲੜਾਈ ਤੇ ਰਾਜਨੀਤੀ ਦੀ ਹੈ ਨਾ। ਬਾਦਲਾਂ ਦੇ ਉੱਤੇ ਕਿਉਂ ਬਾਰ-ਬਾਰ ਸਵਾਲ ਖੜਦੇ ਨੇ? ਉਹਨਾਂ ਨੂੰ ਲੱਗਦਾ ਭਾਈ ਲੜਾਈ ਤਾਂ ਬਾਦਲਾਂ ਨਾਲ ਆ, ਸਾਡੀ ਲੜਾਈ ਕਰਜ਼ਾ ਕੁਰਕੀ ਕਿਸਾਨਾਂ ਵਾਲਾ ਤਾਂ ਅਸੀਂ ਬਾਕੀ ਚੀਜ਼ਾਂ ਮੈਨੇਜ ਕਰ ਲਾਂਗੇ, ਕਾਂਗਰਸੀਆਂ ਨੂੰ ਲੱਗਦਾ। ਹਾਲਾਂਕਿ ਬਾਕੀ ਚੀਜ਼ਾਂ ਵੀ ਪੂਰੀਆਂ ਨਹੀਂ ਹੋਈਆਂ, ਪਰ ਇਹ ਗੱਲ ਲੱਗਦੀ ਹੈ ਕਿ ਬਾਦਲਾਂ ਦੇ ਨਾਲ ਲੜਾਈ ਡਾਇਰੈਕਟ ਹੋਊਗੀ ਤਾਂ ਅਸੀਂ ਅਗਲੀ ਵਾਰ ਲੋਕਾਂ ਨੂੰ ਦਿਖਾਵਾਂਗੇ ਕਿ ਭਾਈ ਅਸੀਂ ਜਾ ਕੇ ਜਵਾਬ ਦੇਵਾਂਗੇ, ਅਸੀਂ ਕੀਤੀ ਹੈ ਜੋ ਕੈਪਟਨ ਨੇ ਕਿਹਾ ਸੀ ਅਸੀਂ ਕੀਤਾ, ਜਾਂ ਜੋ ਕਾਂਗਰਸ ਕਹਿੰਦੀ ਸੀ ਉਹ ਕੀਤਾ, ਜੋ ਕਾਂਗਰਸ ਦੇ ਮੈਨੀਫੈਸਟੋ ਸੀਗਾ ਜਾਂ ਕਾਂਗਰਸ ਦੀ ਇੱਕ ਸਟੈਂਡਿੰਗ ਸੀਗੀ ਸਾਰੀਆਂ ਚੀਜ਼ਾਂ ਬਾਰੇ। ਤੁਸੀਂ ਸਾਨੂੰ ਵੋਟਾਂ ਪਾਈਆਂ, ਸਾਫ਼ ਕਰਤਾ ਅਕਾਲੀ ਦਲ, ਲੋਕਾਂ ਨੇ ਤਾਂ ਸਾਫ਼ ਕਰਤਾ ਅਕਾਲੀ ਦਲ। ਤੇ ਫਿਰ ਜੇ ਨਹੀਂ ਕੀਤਾ, ਲੋਕ ਹਲਕਿਆਂ ਜਾਏ ਤਾਂ ਪੁੱਛਣਗੇ ਭਾਈ ਤੁਸੀਂ ਤਾਂ ਕਹਿੰਦੇ ਸੀ ਕਿਉਂ ਨਹੀਂ ਕੀਤਾ। ਤਾਂ ਉਹ ਗੱਲ ਦੇ ਉੱਤੇ ਬਾਰ-ਬਾਰ ਸਵਾਲ ਉੱਠਦੇ ਆ। ਤਾਂ ਕੈਪਟਨ ਉਹ ਸਾਰੀ ਗੱਲ ਰਣਨੀਤੀ ਬਦਲੀ ਹੈ ਕੈਪਟਨ ਨੇ। ਜਿਵੇਂ ਇਹ ਮੀਟਿੰਗ ਦਾ ਜ਼ਿਕਰ ਮੈਂ ਕਰ ਰਿਹਾ ਹੈਗਾ, ਵਿਧਾਨ ਸਭਾ ਦੇ ਅੰਦਰ ਮੀਟਿੰਗ, ਕੈਪਟਨ ਨੇ ਕਿਹਾ ਕਿ ਉਦੋਂ ਕਿੰਨੇ ਬੰਦੇ ਹੁੰਦੇ ਸੀ ਜਿਹੜੇ ਮੇਰੇ ਨਾਲ ਪੇਸ਼ੀਆਂ 'ਤੇ ਤੁਰੇ ਫਿਰਦੇ ਸੀ। ਕੈਪਟਨ ਦੀ ਲੁਧਿਆਣੇ ਪੇਸ਼ੀ ਪੈਂਦੀ ਹੁੰਦੀ ਸੀ, 2-3 ਕਿਸੇ ਮੋਹਾਲੀ ਵੀ ਪੈਂਦੀ ਰਹੀ ਆ। ਉਹ ਪੇਸ਼ੀਆਂ 'ਚ ਕੈਪਟਨ ਦੇ ਨਾਲ ਉਹੀ 5-7 ਬੰਦੇ ਹੁੰਦੇ ਸੀ। ਵਿਮਲ ਸੁੰਬਲੀ ਹੁੰਦੇ ਸੀ ਇੱਕ ਉਹਨਾਂ ਦੇ ਮੀਡੀਆ ਐਡਵਾਈਜ਼ਰ, ਹੁਣ ਤਾਂ ਨਹੀਂ ਆ ਉਹ, ਹੁਣ ਤਾਂ ਉਹਨੇ ਸਾਈਡ ਲਾਈਨ ਕਰਤੇ। ਉਹ ਵੀ ਵਿਮਲ ਸੁੰਬਲੀ ਵੀ ਜਿਹੜੇ ਆ ਉਹ ਕੈਪਟਨ ਦੇ ਨਾਲ ਮੈਂ ਦੇਖਦਾ ਹੁੰਦਾ ਸੀ, ਪੇਸ਼ੀਆਂ ਪੂਸ਼ੀਆਂ ਹੁੰਦੀਆਂ ਫਿਰਦੇ ਹੁੰਦੇ ਸੀਗੇ ਲਗਾਤਾਰ। ਤੇ ਜਦੋਂ ਸੱਤਾ 'ਚ ਆਏ ਕੈਪਟਨ ਤਾਂ ਬਹੁਤ ਸਾਰੇ ਲੋਕ ਵਿਚਾਰੇ ਉਹ ਵੀ ਹੋ ਗਏ, ਵਿਮਲ ਸੁੰਬਲੀ ਵੀ ਨੂੰ ਵੀ ਉਹ ਪੋਜੀਸ਼ਨ ਨਹੀਂ ਮਿਲੀ। ਤੇ ਉਸ ਤੋਂ ਬਾਅਦ ਕੈਪਟਨ ਨੇ ਆਪਣੀ ਰਣਨੀਤੀ ਬਦਲੀ ਹੈ। ਤੇ ਰਾਜਨੀਤੀ, ਜਦੋਂ ਰਣਨੀਤੀ ਬਦਲਦੇ ਹੋ ਫਿਰ ਰਾਜਨੀਤੀ ਵੀ ਬਦਲਦੀ ਹੈ। ਕੈਪਟਨ ਦੀ ਰਾਜਨੀਤੀ ਤੇ ਰਣਨੀਤੀ ਕਿਉਂ ਬਦਲੀ ਹੈ? ਇਹ ਕਹਿੰਦੇ ਆ ਜੀ ਬਾਦਲਾਂ ਨਾਲ ਮਿਲ ਕੇ ਤਾਂ ਬਦਲੀ ਹੈ। ਕੈਪਟਨ ਤੋਂ ਪੁੱਛੋ, ਉਹ ਕਹਿੰਦੇ ਨਹੀਂ। ਉਹ ਆਪਦੇ ਐਮਐਲਏਆਂ ਨੂੰ ਜਦੋਂ ਕਨਵਿੰਸ ਕਰਦੇ ਨੇ, ਬਾਕੀ ਲੋਕਾਂ ਨੂੰ ਕਨਵਿੰਸ ਕਰਦੇ ਆ, ਦੱਸਣ ਵਾਲੇ ਲੋਕ ਦੱਸਦੇ ਆ ਕਿ ਜੀ ਕੈਪਟਨ ਕਹਿੰਦਾ ਨਹੀਂ, ਤੁਸੀਂ ਪਹਿਲਾਂ ਕਾਂਗਰਸੀ ਸਾਰੇ ਇਹੀ ਕਹਿੰਦੇ ਰਹੇ ਜੇ ਖੜੋ, ਕੈਪਟਨ ਦੀ ਬੜੀ ਡੂੰਘੀ ਰਣਨੀਤੀ ਹੈ, ਡੂੰਘੀ ਰਾਜਨੀਤੀ ਹੈ, ਬੜਾ ਐਂ ਕਰਨਗੇ। ਤੁਸੀਂ ਦੇਖੋ ਮੌਕੇ ਤੇ ਬਾਦਲਾਂ ਨੂੰ ਮਾਰ ਵੀ ਦੇਣਗੇ ਤੇ ਪੋਲੀਟੀਕਲ ਕਤਲ, ਮਤਲਬ ਸਿਆਸੀ ਮਰਡਰ ਕਰ ਦੇਣਗੇ ਉਹਨਾਂ ਦਾ, ਸਿਆਸੀ ਤੌਰ ਤੇ ਉਹਨਾਂ ਨੂੰ ਖਤਮ ਕਰ ਦੇਣਗੇ, ਪਤਾ ਵੀ ਨਹੀਂ ਲੱਗਣਾ ਤੁਹਾਨੂੰ। ਜੇ ਕੰਟਰਾਡਿਕਸ਼ਨ 'ਚ ਪੈਣਗੇ ਤਾਂ ਬਾਦਲ ਵਿਕਟਮ ਬਣਨਗੇ ਤਾਂ ਬਾਦਲ ਨਾਲ ਫਿਰ ਲੋਕਾਂ ਦੀ ਸਿੰਪਥੀ ਜਾਗੇਗੀ। ਇਹ ਗੇਮ ਚੱਲ ਰਹੀ ਹੈ। ਪਰ ਹੁਣ ਉਹ ਸਾਰੀ ਕਹਿ ਰਹੇ ਨੇ ਜੀ ਬਾਦਲਾਂ ਨਾਲ ਲੱਗੇ। ਜਿਹੜੇ ਉਦਾਹਰਨਾਂ ਜਦੋਂ ਕਾਂਗਰਸੀਆਂ ਦੇ ਨਾਲ ਗੱਲ ਹੁੰਦੀ ਸੀ ਵੀ ਭਾਈ ਤੁਹਾਡੀ ਰਾਜਨੀਤੀ ਕਿੱਧਰ ਨੂੰ ਜਾ ਰਹੀ ਹੈ, ਤੁਸੀਂ ਆਹ ਕਿਹਾ ਸੀ, ਹੁਣ ਆਹ ਹੋ ਰਿਹਾ, ਤੁਹਾਡਾ ਫਲਾਨਾ ਬੰਦਾ ਇਹ ਕਹਿੰਦਾ, ਉਦੋਂ ਬਹੁਤੇ ਕਾਂਗਰਸੀ ਇਹ ਕਹਿੰਦੇ ਹੁੰਦੇ ਸੀ। ਮੈਂ ਨਾਂ ਲਊਂਗਾ ਤੇ ਫਿਰ ਚਲੋ ਸੋਰਸ ਨਾ ਡਿਸਕਲੋਜ਼ ਕਰੀਏ, ਉਹਨਾਂ ਨੇ ਸਰ ਉਦੋਂ ਮਤਲਬ ਬਹੁਤ ਪੰਥਕ, ਮੈਂ ਪੰਥਕ ਕਾਂਗਰਸੀ ਦੀ ਗੱਲ ਕਰ ਰਿਹਾ।
ਇੱਕ ਬਹੁਤ ਪੰਥਕ ਕਾਂਗਰਸੀ ਕਹਿੰਦਾ ਕਿ ਦੇਖੋ ਆਗੇ ਆਗੇ ਦੇਖੋ ਹੋਤਾ ਹੈ ਕਿਆ, ਤੁਸੀਂ ਦੇਖੋਗੇ ਬਾਦ ਕੈਪਟਨ ਦੀ ਬੜੀ ਡੂੰਘੀ ਰਾਜਨੀਤੀ ਹੈ। ਉਹੀ ਪੰਥਕ ਕਾਂਗਰਸੀ ਹੁਣ ਕਹਿ ਰਿਹਾ ਹੈਗਾ ਕਿ ਸਭ ਸੈਟਿੰਗ ਆ ਗਈ। ਉਹ ਪੰਥਕ ਕਾਂਗਰਸੀ ਉਦੋਂ ਕਹਿੰਦਾ ਸੀ ਨਹੀਂ ਤੁਸੀਂ ਦੇਖੋਗੇ ਬਾਦਲਾਂ ਖਿਲਾਫ ਬੜੀ ਡੂੰਘੀ ਤੇ ਬੜੀ ਬਰੀਕ ਰਾਜਨੀਤੀ ਚੱਲ ਰਹੀ ਹੈਗੀ। ਹੁਣ ਸਾਰੇ ਦੂਜੀ ਲਾਈਨ ਤੇ ਆ ਗਏ ਕਿ ਜੀ ਕੈਪਟਨ ਤਾਂ ਰਲੇ ਹੋਏ ਨੇ। ਉਦੋਂ ਜਦੋਂ ਉਹਨਾਂ ਨੂੰ ਕਹਿੰਦੇ ਤੁਹਾਡੇ ਬੰਦੇ ਕਹਿੰਦੇ ਨੇ ਵੀ ਰਲੇ ਹੋਏ ਨੇ, ਉਦੋਂ ਕਹਿੰਦੇ ਸੀ ਨਹੀਂ ਨਹੀਂ ਜੀ ਇਹੋ ਜਿਹੀ ਕੋਈ ਗੱਲ ਨਹੀਂ, ਕੈਪਟਨ ਦੀ ਬੜੀ ਪੋਲਿਟਿਕਸ ਬੜੀ ਬਰੀਕ ਰਾਜਨੀਤੀ ਹੈ, ਤੁਹਾਨੂੰ ਪੱਤਰਕਾਰਾਂ ਨੂੰ ਸਮਝ ਨਹੀਂ ਆਉਂਦੀ ਕੈਪਟਨ ਜਿੰਨੀ ਬਰੀਕ ਰਾਜਨੀਤੀ ਕਰ ਰਹੇ ਨੇ। ਹੁਣ ਵੀ ਬੜੀਆਂ ਗੇਮਾਂ ਚੱਲ ਰਹੀਆਂ ਨੇ ਜੀ, ਰੰਧਾਵਾ ਦੀ ਮੀਟਿੰਗ ਹੋ ਸਕਦਾ ਕੈਪਟਨ ਨੇ ਕਰਾਈ ਹੋਵੇ, ਰੰਧਾਵੇ ਨੂੰ ਮੀਟਿੰਗ 'ਚ ਹੋ ਸਕਦਾ ਕੈਪਟਨ ਨੇ ਭੇਜਤਾ ਹੋਵੇ। ਜਿਹੜੀ ਇਹ ਸਾਜ਼ਿਸ਼ੀ ਥਿਊਰੀ ਹੁੰਦੀ ਹੈ, ਇਹਨੂੰ ਕਹਿੰਦੇ ਆ ਕੌਨਸਪੀਰੇਸੀ ਥਿਊਰੀ। ਕੌਨਸਪੀਰੇਸੀ ਥਿਊਰੀ ਧਰਨੇ 'ਚ ਵੀ ਚੱਲੀ ਨਾ, ਕੋਈ ਬੰਦਾ ਹੀ ਨਹੀਂ ਛੱਡਿਆ, ਖਾਲਿਸਤਾਨੀ ਕਹਿੰਦੇ ਕਾਮਰੇਡ ਗਦਾਰ ਨੇ, ਕਾਮਰੇਡ ਕਹਿੰਦੇ ਖਾਲਿਸਤਾਨੀ ਗਦਾਰ ਨੇ, ਕੋਈ ਬੰਦਾ ਹੀ ਨਹੀਂ ਬਚਿਆ ਜਿਹੜਾ ਇੱਕ ਦੂਜੇ ਨੂੰ ਨਹੀਂ ਕਿਹਾ ਹੈਗਾ। ਕੌਨਸਪੀਰੇਸੀ ਥਿਊਰੀ ਆ, ਯਾਨੀ ਤੁਸੀਂ ਆਪਦੇ ਇੱਕ ਸਮਝ ਦੇ ਨਾਲ ਇੱਕ ਥਿਊਰੀ ਘੜਦੇ ਹੋ, ਫਿਰ ਤੁਸੀਂ ਫਿੱਟ ਕਰ ਦਿੰਦੇ ਹੋ, ਤੁਹਾਨੂੰ ਲੱਗਦਾ ਥਿਊਰੀ ਆਇਆ ਫਿਰ ਫਿੱਟ ਕਰ ਦਿਓ। ਤੇ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਉਹ ਸਾਰੀਆਂ ਚੀਜ਼ਾਂ ਜਿਸ ਤਰੀਕੇ ਦੇ ਨਾਲ, ਯਾਨੀ ਫੈਕਟ ਕੋਈ ਨਹੀਂ ਤੁਹਾਡੀ। ਸਾਜ਼ਿਸ਼ੀ ਥਿਊਰੀ ਦਾ ਮਤਲਬ ਕੀ ਹੁੰਦਾ ਕਿ ਤੁਹਾਡੇ ਕੋਲ ਫੈਕਟ ਕੋਈ ਨਹੀਂਗਾ, ਜਾਂ ਤਾਂ ਉਹ ਗੱਲ ਨੂੰ ਫੈਕਟ ਨਾਲ ਸਟੈਬਲਿਸ਼ ਕਰ ਦਿਓ ਵੀ ਭਾਈ ਆਹ ਬੰਦਾ ਏਜੰਸੀਆਂ ਦਾ ਗਦਾਰ ਆ, ਆਹ ਬੰਦਾ ਰਲਿਆ ਹੋਇਆ, ਆਹ ਬੰਦਾ ਫੈਕਟ ਹੋਣੇ ਚਾਹੀਦੇ ਆ ਨਾ, ਫੈਕਟ ਨਾਲ ਹੀ ਸਾਬਤ ਕਰੋਗੇ ਨਾ। ਜਿਵੇਂ ਜਦੋਂ ਕੈਪਟਨ ਤੇ ਬਾਦਲ ਦੇ ਰਲੇ ਹੋਏ ਕਹਿੰਦੇ ਤਾਂ ਇੱਕ ਫੈਕਟ ਦਿੰਦੇ ਆ ਕਿ ਦੇਖੋ ਜੀ ਆਹ ਕਾਰਵਾਈ ਕਿਉਂ ਨਹੀਂ ਹੋਈ, ਇੱਕ ਮਿਨੀਮਮ ਫੈਕਟ ਦਿੰਦੇ ਆ ਉਹ। ਹਾਲਾਂਕਿ ਪ੍ਰਾਇਮਰੀ ਫੈਕਟ ਨਹੀਂ ਹੈਗਾ, ਸੈਕੰਡਰੀ ਫੈਕਟ ਆ ਇਹ। ਪ੍ਰਾਇਮਰੀ ਫੈਕਟ ਤਾਂ ਰਿਸਰਚ ਜਿਹੜੀ ਹੁੰਦੀ ਹੈ, ਰਿਸਰਚ 'ਚ ਕਿਹਾ ਜਾਂਦਾ ਇੱਕ ਰਿਸਰਚ 'ਚ ਪ੍ਰਾਇਮਰੀ ਡਾਟਾ ਹੁੰਦਾ, ਇੱਕ ਸੈਕੰਡਰੀ ਡਾਟਾ ਹੁੰਦਾ ਹੈਗਾ। ਜੇ ਤੁਸੀਂ PhD ਕਰ ਰਹੇ ਹੁੰਦੇ, ਜੋ ਤੁਸੀਂ ਕੋਈ ਦੁਨੀਆ ਦੀ ਰਿਸਰਚ ਕਰਦੇ ਹੋ ਤਾਂ ਇੱਕ ਸੈਕੰਡਰੀ ਡਾਟਾ ਹੁੰਦਾ, ਇੱਕ ਪ੍ਰਾਇਮਰੀ ਡਾਟਾ ਹੁੰਦਾ। ਤੇ ਪ੍ਰਾਇਮਰੀ ਡਾਟਾ ਨਹੀਂ ਹੈ ਸੈਕੰਡਰੀ ਡਾਟਾ, ਕਿਉਂਕਿ ਇੱਕ ਫਲੈਟ ਐਲੀਗੇਸ਼ਨ ਆ। ਧਾਰਨਾ ਕੀ ਜਾਂ ਧਾਰਨਾ ਜਾਂ ਬਹੁਤ ਸਾਰੀਆਂ ਗੱਲਾਂ 'ਚ ਮਿਲ ਕੇ ਬਣਦੀ ਹੈ, ਜਿਵੇਂ ਸੁਰੇਸ਼ ਅਰੋੜਾ ਦੇ ਕੰਟੀਨਿਊ ਹੋਣ ਤੋਂ ਲੈ ਕੇ ਹੁਣ ਤੱਕ ਦੇ ਕੇਸ ਤੱਕ, ਤਾਂ ਇਹ ਗੱਲ ਬਣਦੀ ਹੈ। ਪਰ ਫੈਕਟ ਦੇ ਆਧਾਰ ਦੇ ਉੱਤੇ ਹੁੰਦਾ, ਜੋ ਤੁਸੀਂ ਕਿਸੇ ਬਾਰੇ ਕੋਈ ਨੈਰੇਟਿਵ ਬਿਲਡ ਕਰਦੇ ਹੋ ਉਹਦੇ ਨੇੜੇ ਤੇੜੇ ਫੈਕਟ ਹੋਣੇ ਚਾਹੀਦੇ। ਮੇਰਾ ਇਹ ਹਮੇਸ਼ਾ ਮੰਨਣਾ ਜਰਨਲਿਸਟ ਉਹੀ ਬਿਹਤਰ ਹੁੰਦਾ, ਜਰਨਲਿਜ਼ਮ ਉਹੀ ਬਿਹਤਰ ਹੁੰਦੀ ਹੈ ਜਿਹੜੀ ਤੱਥਾਂ ਦੇ ਆਲੇ ਦੁਆਲੇ ਹੀ ਘੁੰਮਦੀ ਹੈ। ਤੱਥਾਂ ਤੋਂ ਥੋੜ੍ਹੀ ਬਹੁਤੀ ਇੱਧਰ ਉੱਧਰ ਤਾਂ ਦੇਖੋ, ਰੱਬ ਤਾਂ ਹੁੰਦਾ ਨਹੀਂ ਬੰਦਾ, ਪਰ ਤੱਥਾਂ ਦੇ ਨੇੜੇ ਤੇੜੇ ਰਹਿਣੀ ਚਾਹੀਦੀ ਆ ਉਹ। ਤਾਂ ਇਸ ਕਰਕੇ ਕੈਪਟਨ ਦੀ ਰਾਜਨੀਤੀ ਵੀ ਬਦਲੀ ਹੈ, ਰਣਨੀਤੀ ਵੀ ਬਦਲੀ ਹੈ। ਹੁਣ ਕੁਰਸੀ ਬਦਲਦੀ ਹੈ ਜਾਂ ਨਹੀਂ ਬਦਲਦੀ ਹੈ ਤਾਂ ਆਉਣ ਵਾਲੇ ਸਮੇਂ 'ਚ ਕਿਸ ਤਰੀਕੇ ਨਾਲ ਬਦਲੇਗੀ, ਕੀ ਹੋਏਗਾ, ਇਹ ਵੀ ਆਉਣ ਵਾਲੇ ਦਿਨਾਂ ਸਾਫ਼ ਹੋ ਜਾਏਗਾ।